ਚੰਡੀਗੜ੍ਹ ਦੀ ਸਾਰੀ ਪ੍ਰੈਸ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਅੱਠੇ ਪਹਿਰ ਟਹਿਲ ਸੇਵਾ ਲਹਿਰ ਵੱਲੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਸ ਲਹਿਰ ਦੇ ਬਾਰੇ ਦੱਸਣਾ ਚਾਹਾਂਗਾ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਹੁਤ ਵੱਡੇ ਪੱਧਰ 'ਤੇ ਲਗਾਤਾਰ ਹੋ ਰਹੀਆਂ ਨੇ, ਉਸ ਇੱਕ ਗਹਿਰੇ ਦੁੱਖ ਨੂੰ, ਦਰਦ ਨੂੰ ਲੈ ਕੇ ਇਸ ਲਹਿਰ ਦੀ ਆਰੰਭਤਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ 1 ਸਤੰਬਰ 2021 ਨੂੰ ਹੋਈ। ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਬੇਨਤੀ ਕਰਕੇ ਤੇ ਸੰਗਤਾਂ ਨੂੰ ਸੇਵਾ ਦੇ ਵਾਸਤੇ ਪ੍ਰੇਰਦੇ ਹਾਂ ਕਿ ਦਰਬਾਰ ਸੁੰਨਾ ਨਾ ਛੱਡੋ। ਦਰਬਾਰ ਸੁੰਨਾ ਹੋਣ ਕਰਕੇ ਬੇਅਦਬੀਆਂ ਹੁੰਦੀਆਂ ਨੇ। ਇਹ ਸਾਡਾ ਇੱਕ ਮੇਨ ਜਿਹੜਾ ਟਾਰਗੇਟ ਹੈ ਕਿ ਆਪਾਂ ਬੇਅਦਬੀਆਂ ਨੂੰ ਰੋਕਣਾ ਹੈ। ਬੇਅਦਬੀਆਂ ਰੋਕਣ ਦੇ ਵਾਸਤੇ ਦੋ ਸਾਨੂੰ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ। ਇੱਕ ਦਿਸ਼ਾ ਤਾਂ ਇਹ ਹੈ ਕਿ ਸੰਗਤਾਂ ਨੂੰ ਜੋ ਪ੍ਰੇਰਿਆ ਜਾਂਦਾ ਕਿ ਹਾਂ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਸੇਵਾ ਲਾਓ, ਪਹਿਰੇ ਦੀ ਸੇਵਾ ਚੱਲੇ। ਸੋ ਸੰਗਤਾਂ ਨੂੰ ਜਦੋਂ ਪ੍ਰੇਰਦੇ ਹਾਂ ਤੇ ਸੰਗਤਾਂ ਇਸ ਬੇਨਤੀ ਨੂੰ ਪ੍ਰਵਾਨ ਵੀ ਕਰਦੀਆਂ ਨੇ। ਸੋ ਅੱਠੇ ਪਹਿਰ ਟਹਿਲ ਸੇਵਾ ਦੇ ਲਹਿਰ ਦੇ ਤਹਿਤ ਇਹ ਜਿਹੜੀ ਮੁਹਿੰਮ ਹੈ ਪਿਛਲੇ ਲਗਾਤਾਰ 10 ਮਹੀਨਿਆਂ ਤੋਂ ਸਤਿਗੁਰੂ ਦੀ ਮਿਹਰ ਨਾਲ ਬਖੂਬੀ ਚੱਲਦੀ ਪਈ ਹੈ। ਨਾਲ ਹੀ ਨਾਲ ਸਮੇਂ-ਸਮੇਂ 'ਤੇ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਜੋ ਕਾਨੂੰਨੀ ਪੱਖ ਹੈ, ਦੋ ਪੱਖ ਨੇ, ਇੱਕ ਤਾਂ ਧਾਰਮਿਕ ਪੱਖ ਹੈ, ਸੇਵਾ ਦਾ ਪੱਖ ਹੈ ਕਿ ਜਿਹੜਾ ਸੰਗਤਾਂ ਨੇ ਕਰਨਾ, ਇੱਕ ਪੱਖ ਹੈ ਕਾਨੂੰਨ ਦਾ, ਲਾਅ ਐਂਡ ਆਰਡਰ ਆ ਜਾਂਦਾ ਹੈ। ਜਦੋਂ ਕਿਤੇ ਬੇਅਦਬੀ ਹੋ ਜਾਂਦੀ ਹੈ ਜਾਂ ਜੋ ਸਾਰਾ ਇਹ ਘਟਨਾਕ੍ਰਮ ਜਦੋਂ ਵਾਪਰਦੇ ਨੇ ਤੇ ਉਸ ਜਿਹੜੀ ਬੇਅਦਬੀ ਦਾ ਮਸਲਾ ਜਿਹੜਾ ਜਦੋਂ ਬਣ ਜਾਂਦਾ ਹੈ ਉਹ ਫਿਰ ਲਾਅ ਐਂਡ ਆਰਡਰ ਦਾ ਬਣ ਜਾਂਦਾ ਤੇ ਲਾਅ ਐਂਡ ਆਰਡਰ ਜਿਹੜਾ ਸਟੇਟ ਦੇ ਹੱਥ ਵਿੱਚ ਹੁੰਦਾ। ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਚੰਨੀ ਸਾਹਿਬ ਦੀ ਸਰਕਾਰ ਦੇ ਵੇਲੇ ਤੋਂ ਤੁਹਾਡੇ ਵਿੱਚੋਂ ਬਹੁਤ ਸਾਰੇ ਭਰਾਵਾਂ ਨੇ ਉਸ ਵੇਲੇ ਵੀ ਸਾਨੂੰ ਕਵਰੇਜ ਦਿੱਤੀ ਸੀ। ਮੁੱਖ ਮੰਤਰੀ ਚੰਨੀ ਸਾਹਿਬ ਨੂੰ ਵੀ ਅਸੀਂ ਮਿਲੇ ਸੀ, ਉਹਨਾਂ ਨੂੰ ਵੀ ਕਿਹਾ ਸੀ ਕਿ ਕਾਨੂੰਨ ਸਖਤ ਕਰ ਦਿਓ। ਰੰਧਾਵਾ ਸਾਹਿਬ ਨੂੰ ਵੀ ਕਿਹਾ ਸੀ ਕਿ ਕਾਨੂੰਨ ਸਖਤ ਕਰ ਦਿਓ। KP ਰਾਣਾ ਸਾਹਿਬ ਨੂੰ ਵੀ ਮੈਮੋਰੈਂਡਮ ਦਿੱਤਾ ਸੀ ਪਰ ਉਹ ਕੁਝ ਕਰ ਨਹੀਂ ਪਾਏ ਤੇ ਬਾਕੀ ਜੋ ਲੋਕਾਂ ਨੇ ਜਿਹੜਾ ਜਵਾਬ ਦਿੱਤਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਬੇਅਦਬੀ ਦਾ ਇੱਕ ਐਸਾ ਮੁੱਦਾ ਹੈ, ਅੱਜ ਪੰਜਾਬ 'ਚ ਜਗ੍ਹਾ ਜਗ੍ਹਾ ਦੀ ਗੱਲ ਹੋ ਰਹੀ ਹੈ। ਤਿੰਨ ਸਰਕਾਰਾਂ ਬੇਅਦਬੀ ਦੇ ਮੁੱਦੇ ਦੇ ਕਾਰਨ ਬਦਲ ਚੁੱਕੀਆਂ ਨੇ, ਪਰ ਅੱਜ ਵੀ ਜਿਹੜੀ ਹੈ, ਅੱਜ ਇੱਕ ਦਰਦ ਜਿਹੜਾ ਹੈ, ਹੋਰ ਇੱਕ ਸੱਲ ਜਿਹੜਾ ਲੱਗਿਆ ਕਿ ਪਵਿੱਤਰ ਸਦਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਬੋਲਣ ਦਾ ਸਮਾਂ ਨਾ ਦੇਣਾ, ਅਸੀਂ ਸਮਝਦੇ ਹਾਂ ਕਿ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਾਦਰ ਹੋਇਆ ਹੈ। ਇਹ ਵੀ ਇੱਕ ਅਨਾਦਰ ਹੈ ਕਿ ਜਿੱਥੇ ਅਸੀਂ ਟੋਇਆਂ ਟਿੱਬਿਆਂ ਦੀ ਗੱਲ ਕਰ ਸਕਦੇ, ਸੜਕਾਂ ਦੀ ਗੱਲ ਕਰ ਸਕਦੇ ਹਾਂ, ਨਿੱਕੀਆਂ ਨਿੱਕੀਆਂ ਗਲੀਆਂ ਨਾਲੀਆਂ ਤੱਕ ਦੀ ਗੱਲ ਹੋਈ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਜੇ ਮੰਗ ਕੀਤੀ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ, 10 ਮਿੰਟ ਤੱਕ ਨਹੀਂ ਦਿੱਤੇ ਗਏ। ਇਹ ਇੱਕ ਬੜਾ ਵੱਡਾ ਦੁਖਾਂਤ ਹੈ। ਉਹਨਾਂ ਨੇ ਇੱਕ ਹਾਂ ਦਾ ਨਾਰਾ ਮਾਰਿਆ ਪਰ ਉਹ ਹਾਂ ਦਾ ਨਾਰਾ ਅਣਗੌਲਾ ਕਰ ਦਿੱਤਾ ਗਿਆ, ਉਹਨੂੰ ਸੁਣਿਆ ਨਹੀਂ ਗਿਆ। ਅਸੀਂ ਕੁੰਵਰ ਸਾਹਿਬ ਨੂੰ ਇੱਕ ਤਾਂ ਜਾ ਕੇ ਉਹਨਾਂ ਦਾ ਧੰਨਵਾਦ ਕੀਤਾ ਸੀ, ਪਰ ਅੱਜ ਜਿਹੜੀ ਗੱਲ ਵੱਡੇ ਤੌਰ 'ਤੇ ਤੁਹਾਡੇ ਰਾਹੀਂ ਦੁਨੀਆ ਤੱਕ ਪਹੁੰਚਾਉਣ ਦੇ ਵਾਸਤੇ ਅਸੀਂ ਆਏ ਹਾਂ, ਉਹ ਗੱਲ ਇਹ ਹੈ ਕਿ ਆਉਂਦੀ 10 ਜੁਲਾਈ ਨੂੰ ਬੇਅਦਬੀ ਦਾ ਇੱਕ ਇਜਲਾਸ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੋਏਗਾ। ਇਹਨਾਂ ਦੇ ਕੋਲ 10 ਮਿੰਟ ਨਹੀਂ, ਪਰ ਉਸੇ ਅਸੀਂ ਇਹਨਾਂ ਨੂੰ ਪੂਰਾ ਦਿਨ ਦੇਵਾਂਗੇ। ਪੰਜਾਬ ਦੇ 117 MLA ਸਾਹਿਬਾਨ ਨੂੰ ਉੱਥੇ ਪੂਰਾ ਫਾਰਮਲ ਸੱਦਾ ਦਿੱਤਾ ਜਾਏਗਾ। ਉੱਥੇ ਸਾਰਾ ਇੰਤਜ਼ਾਮ ਕੀਤਾ ਜਾਏਗਾ, ਉਸ ਧਰਤੀ ਤੇ ਇੰਤਜ਼ਾਮ ਕੀਤਾ ਜਾਏਗਾ ਜਿੱਥੇ ਹਾਂ ਦਾ ਨਾਰਾ ਵੱਜਿਆ ਸੀ। ਸਾਡੇ ਲਈ ਇਹ ਵੀ ਹਾਂ ਦਾ ਨਾਰਾ ਹੈ। 400 ਤੋਂ ਵੱਧ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਚੁੱਕੀਆਂ, ਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ, ਗੱਲ ਕਰਨ ਨੂੰ ਤਿਆਰ ਨਹੀਂ। ਇਵੇਂ ਜਿਵੇਂ ਮੂੰਹਾਂ ਦੇ ਉੱਤੇ ਟੇਪ ਲੱਗ ਗਈ, ਪਰ ਇਹ ਹੁਣ ਚੁੱਪ ਜਿਹੜੀ ਹੈ ਤੋੜਨੀ ਪਏਗੀ। ਇਹਦੇ ਵਾਸਤੇ 10 ਜੁਲਾਈ ਐਤਵਾਰ ਨੂੰ ਬੇਅਦਬੀ ਇਜਲਾਸ ਉਹਦਾ ਆਯੋਜਨ ਕੀਤਾ ਜਾ ਰਿਹਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਬਾਬਾ ਫਤਿਹ ਸਿੰਘ ਜੀ ਦੀ ਉਸ ਧਰਤੀ ਤੇ ਜਿੱਥੇ ਉਹਨਾਂ ਨੇ ਉਹਨਾਂ ਜ਼ਾਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਅਸੀਂ ਇਹਨਾਂ ਨੂੰ ਬੋਲਣ ਦੇ ਵਾਸਤੇ ਉੱਥੇ ਸੱਦਾ ਦੇ ਰਹੇ ਹਾਂ। ਕੁਝ ਤਾਂ ਬੋਲੋ, ਮੂੰਹ ਖੋਲੋ।
ਕਿੱਡੀ ਹਾਸੋਹੀਣੀ ਗੱਲ ਹੋ ਗਈ ਕਿ 24 ਤਰੀਕ ਨੂੰ ਨੋਟਿਸ ਦਿੱਤਾ ਗਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਵੱਲੋਂ, ਧਿਆਨ ਦਿਵਾਊ ਮਤਾ ਜਿਹਨੂੰ ਕਿਹਾ ਜਾਂਦਾ, 2.5 ਪੇਜਾਂ ਦਾ ਮਤਾ ਇਸ ਕਰਕੇ ਰਿਜੈਕਟ ਕਰ ਦਿੱਤਾ ਕਿ ਲੰਬਾ ਬਹੁਤ ਹੈ ਤੇ ਫਾਰਮੈਟ ਸਹੀ ਨਹੀਂ। ਉਹਨਾਂ ਨੇ ਬੇਨਤੀ ਕੀਤੀ ਕਿ ਇਹਦਾ ਜੋ ਇਹਦੇ 'ਚ ਥੋੜ੍ਹੀ ਬਹੁਤੀ ਤੁਸੀਂ ਚੇਂਜ ਕਰਨਾ ਚਾਹੁੰਦੇ, ਮੈਂ ਤਾਂ ਪਹਿਲੀ ਵਾਰੀ ਇਸ ਢੰਗ ਦੇ ਨਾਲ ਇਹਨੂੰ ਤਿਆਰ ਕੀਤਾ, ਤੁਸੀਂ ਜੋ ਚੇਂਜ ਕਰਨੀ ਉਹ ਕਰ ਦਿਓ, ਪਰ ਇਹਦੇ ਵਾਸਤੇ ਸਮਾਂ ਜ਼ਰੂਰ ਦੇ ਦਿਓ। ਇਹ 24 ਤਰੀਕ ਤੋਂ ਲੈ ਕੇ 28 ਤਰੀਕ ਦੇ ਵਾਸਤੇ ਮੰਗ ਕੀਤੀ ਗਈ ਸੀ, ਪਰ ਸਮਾਂ ਨਾ ਦਿੱਤਾ ਗਿਆ, ਕੋਈ ਜਵਾਬ ਨਾ ਦਿੱਤਾ ਗਿਆ। ਅਖੀਰ 30 ਤਰੀਕ ਨੂੰ ਉਹਨਾਂ ਖੁਦ ਖੜੇ ਹੋ ਕੇ ਜਦੋਂ ਸਮਾਂ ਮੰਗਿਆ ਤਾਂ ਫਿਰ ਵੀ ਸਮਾਂ ਨਹੀਂ ਦਿੱਤਾ ਗਿਆ। ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਬੋਲਿਆ ਸਦਨ ਦੀ ਪਵਿੱਤਰਤਾ ਵਧਣੀ ਸੀ ਜਾਂ ਘਟਣੀ ਸੀ? ਰਾਮ ਗੋਬਿੰਦ ਚੁਪੈਂਦਿਆਂ ਹੋਆ ਮੁਖ ਪਵਿੱਤਰ, ਮੂੰਹ ਪਵਿੱਤਰ ਹੋ ਜਾਂਦਾ ਹੈ ਰੱਬ ਦਾ ਨਾਂ ਲਿਆ, ਗੁਰਬਾਣੀ ਕਹਿੰਦੀ ਹੈ। ਤੇ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ, ਦੇਖੋ ਜੇ ਅਸੀਂ ਪੰਜਾਬ ਦੇ ਸਦਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕਰ ਸਕਦੇ ਤੇ ਇਹ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ? ਇਹ ਤੋਂ ਵੱਡਾ ਹੋਰ ਕੀ ਦੁਖਾਂਤ ਹੋ ਸਕਦਾ ਹੈ? ਦੁਨੀਆ ਭਰ ਦੇ ਵਿੱਚ ਅਸੀਂ ਇੰਗਲੈਂਡ 'ਚ ਦੇਖਦੇ ਹਾਂ, ਬਾਰ-ਬਾਰ ਉੱਥੇ ਸਿੰਘਾਂ ਦੇ ਸਮਾਗਮ ਹੁੰਦੇ, ਵੱਡੇ ਤੋਂ ਵੱਡੇ ਸਮਾਗਮ ਪਾਰਲੀਮੈਂਟ ਹਾਊਸ ਦੇ ਵਿੱਚ ਹੋ ਰਹੇ ਹੁੰਦੇ ਨੇ। ਦੁਨੀਆ ਭਰ ਦੀਆਂ ਪਾਰਲੀਮੈਂਟਸ 'ਚ ਬਹੁਤ ਕੁਝ ਹੋ ਰਿਹਾ ਸਿੱਖਾਂ ਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਬੇਅਦਬੀਆਂ ਜਿਹੜੀਆਂ ਪੰਜਾਬ 'ਚ ਹੋ ਰਹੀਆਂ, ਤੇ ਇਹਦੀ ਡਿਸਕਸ਼ਨ ਕਿਤੇ ਹੋਰ ਜਾ ਕੇ ਹੋਏਗੀ। ਇਹ ਪੰਜਾਬ ਜਵਾਬ ਮੰਗਦਾ ਹੈ, ਪੰਜਾਬੀ ਜਵਾਬ ਮੰਗਦੇ ਨੇ ਦੁਨੀਆ ਭਰ ਵਿੱਚ ਬੈਠੇ। ਉਹ ਪੁੱਛਦੇ ਪਏ ਨੇ ਕਿ ਇਹਦੀ ਡਿਸਕਸ਼ਨ ਫਿਰ ਕਿੱਥੇ ਹੋਏਗੀ? ਜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਬਾਰੇ ਡਿਸਕਸ਼ਨ ਪੰਜਾਬ ਵਿਧਾਨ ਸਭਾ 'ਚ ਨਹੀਂ ਹੋਣੀ, ਉਹਦਾ ਕੋਈ ਵੀ ਕਾਰਨ ਸੀ। ਸਪੀਕਰ ਸਾਹਿਬ ਨੇ ਬਹੁਤ ਐਪਰੀਸ਼ੀਏਟ ਕੀਤਾ, ਜਿਹੜੇ ਨਵੇਂ ਵਿਧਾਇਕ ਬੋਲਦੇ ਪਏ ਸੀ, ਕਿਤੇ ਉਹ ਗਲਤੀ ਵੀ ਕਰ ਜਾਂਦੇ ਸੀ, ਉਹਨਾਂ ਨੂੰ ਐਪਰੀਸ਼ੀਏਟ ਕਰਦੇ ਸੀ, ਕੋਈ ਗੱਲ ਨਹੀਂ, ਪਹਿਲੀ ਵਾਰੀ ਹੈ। ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਉਹ ਜਿਹੜੀ ਕੋਈ ਗਲਤੀ ਜਿਹੜੀ ਟੈਕਨੀਕਲ ਸੀਗੀ, ਕਿ ਉਹ ਦੁਰਸਤ ਨਹੀਂ ਸੀ ਹੋ ਸਕਦੀ, ਕਿ ਉਹਨਾਂ ਦੇ ਮੰਗਣ ਦੇ ਉੱਤੇ ਵੀ ਉਹਨਾਂ ਨੇ ਇਹੀ ਕਿਹਾ ਸੀ ਨਾ 10 ਮਿੰਟ ਦੇ ਦਿਓ, ਉਹ ਨਾ ਦੇਣ ਦੇ ਕਾਰਨ ਸਾਡੇ ਸਾਰਿਆਂ ਦੇ ਹਿਰਦੇ ਵਲੂੰਦਰੇ ਨੇ। ਸਾਡੇ ਉਹ ਜ਼ਖਮ ਇਦਾਂ ਲੱਗਿਆ ਕਿ ਜਿੱਦਾਂ ਕਿਸੇ ਨੇ ਛਿਲਕਾ ਲਾ ਦਿੱਤਾ ਹੁੰਦਾ, ਵਲੂੰਦਰ ਕੇ ਰੱਖ ਦਿੱਤੇ ਨੇ। ਇਸ ਵਾਸਤੇ ਅੱਠੇ ਪਹਿਰ ਟਹਿਲ ਸੇਵਾ ਲਹਿਰ ਵੱਲੋਂ ਉਸ ਧਰਤੀ ਦੇ ਉੱਤੇ, ਜਿਸ ਧਰਤੀ ਦੇ ਉੱਤੇ ਉਦੋਂ ਉਹ ਪਾਪ ਦੀ ਕਚਹਿਰੀ ਲੱਗੀ ਸੀ, ਉਸ ਧਰਤੀ ਦੇ ਉੱਤੇ ਇਹ ਜਿਹੜੀ ਇਕੱਤਰਤਾ ਕੀਤੀ ਜਾਏਗੀ। ਬੇਅਦਬੀ ਦਾ ਇਜਲਾਸ ਹੋਏਗਾ। 117 MLA ਸਾਹਿਬ, ਮੁੱਖ ਮੰਤਰੀ ਸਾਹਿਬ ਦੀ ਕੁਰਸੀ ਲੱਗੀ, ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਉੱਥੇ ਲੱਗੇਗੀ, ਤੇ ਸਪੀਕਰ ਸਾਹਿਬ ਦੀ ਕੁਰਸੀ ਵੀ ਲੱਗੇਗੀ, ਤੇ ਸਾਰੇ MLA ਸਾਹਿਬਾਨਾਂ ਦੀਆਂ ਕੁਰਸੀਆਂ ਜਾਂ ਜਿਵੇਂ ਵੀ ਉਸ ਜਗ੍ਹਾ ਦੀ ਮਰਿਆਦਾ ਦੇ ਹਿਸਾਬ ਦੇ ਨਾਲ ਉੱਥੇ ਸਪੇਸ ਬਣਾਈ ਜਾਏਗੀ। ਉਹਨਾਂ ਦੀਆਂ ਨੇਮ ਪਲੇਟਸ ਲੱਗਣਗੀਆਂ, ਉਹਨਾਂ ਨੂੰ ਅਫੀਸ਼ੀਅਲੀ ਸੱਦਾ ਦੇਵਾਂਗੇ ਤੇ ਉਹਨਾਂ ਨੂੰ TADA ਵੀ ਦੇਵਾਂਗੇ। ਮਹਿੰਗਾਈ ਜਿਹੜਾ ਉਹਨਾਂ ਦਾ ਪੱਤਾ ਬਣਦਾ ਹੈ, ਉਹਨਾਂ ਦਾ ਜਿਹੜਾ ਪੱਤਾ ਹੁੰਦਾ ਆਉਣ ਜਾਣ ਦਾ, ਜੋ ਵੀ ਉਹਨਾਂ ਦੇ ਹੁੰਦੇ ਨੇ ਫਾਰਮਲ। ਸੋ ਸਾਡੀ ਇੱਕੋ ਹੀ ਮੰਗ ਹੈ ਕਿ ਆਣ ਕੇ ਬੋਲੋ, ਦੱਸੋ ਤਾਂ ਸਹੀ ਤੁਹਾਡੇ ਦਿਲ ਦੇ ਵਿੱਚ ਕੀ ਹੈ। ਤੁਸੀਂ ਉਹੋ ਹੀ ਹੋ ਨਾ ਜਿਹੜੇ ਤੁਸੀਂ ਕਹਿੰਦੇ ਸੀ ਕਿ ਬੇਮਿਸਾਲ ਸਜ਼ਾ ਲੈ ਕੇ ਆਵਾਂਗੇ। ਉਹ ਗੱਲਾਂ ਕਿੱਥੇ ਗਈਆਂ? ਉਹ ਗੱਲਾਂ ਕਿੱਥੇ ਗਈਆਂ? ਸਟੇਜਾਂ ਦੇ ਉੱਤੇ ਬੇਅਦਬੀ ਦੇ ਉੱਤੇ 24 ਘੰਟੇ ਦੇ ਵਿੱਚ ਕਲਪਰੇਟ ਫੜਨ ਦੀ ਜਿਹੜੀ ਗੱਲ ਸੀ, ਉਹ ਗੱਲਾਂ ਕਿੱਥੇ ਗਈਆਂ? ਅੱਜ 100 ਦਿਨ ਬੀਤ ਗਏ, ਤੁਸੀਂ ਬੇਅਦਬੀ ਦੇ ਮਾਮਲੇ ਦੇ ਉੱਤੇ ਇੰਨੀ ਅਵੇਸਲਾਪਨ। ਅੱਜ ਜ਼ਰੂਰ ਇੱਕ ਗੱਲ ਉਹ ਮੈਂ ਐਪਰੀਸ਼ੀਏਟ ਵੀ ਕਰਨਾ ਚਾਹਾਂਗਾ ਕਿ ਜਿਹੜਾ ਇੱਕ ਸਟੈਪ ਇਹਨਾਂ ਨੇ ਪੋਜ਼ਿਟਿਵ ਲਿਆ, ਜੋ ਭਾਈ ਅਮਰੀਕ ਸਿੰਘ ਅਜਨਾਲਾ ਤੇ ਉਹਨਾਂ ਦੇ ਸਾਥੀ ਜਿਹੜਾ ਇੱਕ ਡੈਲੀਗੇਸ਼ਨ ਲੈ ਕੇ ਮਿਲੇ ਨੇ, ਉਹਨਾਂ ਨੂੰ ਰਿਪੋਰਟ ਦੀ ਕਾਪੀ ਦੇ ਦਿੱਤੀ ਹੈ। ਰਿਪੋਰਟ ਦੀ ਕਾਪੀ ਦੇ ਦਿੱਤੀ ਹੈ, ਪਰ ਗੱਲ ਇਹ ਹੈ ਕਿ ਤੁਸੀਂ ਕੀ ਕਰਦੇ ਪਏ ਹੋ, ਇਹ ਤਾਂ ਤੁਸੀਂ ਬੋਲੋ ਨਾ। ਗੱਲ ਕੱਲੀ ਬਰਗਾੜੀ ਦੀ ਵੀ ਨਹੀਂ ਹੈ, ਉਹ ਗੱਲਾਂ ਹੈ ਨੇ, ਪਰ ਗੱਲ ਉੱਥੇ ਮੁੱਕੀ ਥੋੜਾ ਹੈ, ਉੱਥੋਂ ਤਾਂ ਸ਼ੁਰੂ ਹੋਈ ਹੈ। ਜਿਹੜੀਆਂ ਹੁਣ ਬੇਅਦਬੀਆਂ ਹੋ ਰਹੀਆਂ, ਉੱਥੇ ਤੁਸੀਂ ਕੀ ਕਰਦੇ ਪਏ ਹੋ? ਇਸ ਗੱਲ ਨੂੰ ਤੁਸੀਂ ਡੈਵੀਏਟ ਨਾ ਕਰੋ ਮਾਨ ਸਾਹਿਬ, ਇਸ ਗੱਲ ਨੂੰ ਡੈਵੀਏਟ ਨਾ ਕਰੋ। ਤੁਸੀਂ ਇਹ ਦੇਖੋ ਕਿ ਜਿਹੜੀਆਂ ਹੁਣ ਬੇਅਦਬੀਆਂ ਤੁਹਾਡੇ ਸਰਕਾਰ ਬਣ ਤੋਂ ਬਾਅਦ ਹੋਈਆਂ, ਤੁਸੀਂ ਇਹ ਦਾਅਵੇ ਕਰਦੇ ਸੀ ਕਿ ਸਾਡੀ ਸਰਕਾਰ ਬਣੇਗੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਏਗੀ, ਐਸੀਆਂ ਘਟਨਾਵਾਂ ਨਹੀਂ ਹੋਣਗੀਆਂ, ਪਰ ਤੁਸੀਂ ਉਹਦੇ ਵਾਸਤੇ ਕੀਤਾ ਕੀ ਹੈ? ਇਹਦੇ ਵਾਸਤੇ ਤਾਂ ਕੋਈ ਬਜਟ ਨਹੀਂ ਸੀ ਚਾਹੀਦਾ। ਕਈ ਮੀਡੀਆ ਵਾਲੇ ਭਰਾ ਸਾਨੂੰ ਕਹਿੰਦੇ ਨੇ ਤੁਸੀਂ ਜਲਦੀ ਕਾਲੇ ਪੈ ਰਹੇ ਹੋ। ਕਾਲੇ ਪੈਣਾ ਇਹਦੇ 'ਚ ਕੀ ਚਾਹੀਦਾ? ਕੀ ਹੈ ਇਹਦੇ 'ਚ? ਤਾਂ ਸਿਰਫ ਇੱਕ ਸ਼ਕਤੀ ਚਾਹੀਦੀ ਹੈ, ਸੋਚ ਚਾਹੀਦੀ ਹੈ, ਜਿਹੜੀ ਅਕਸਰ ਭਗਵੰਤ ਮਾਨ ਜੀ ਜਿਹੜੇ ਗੱਲ ਕਰਦੇ ਨੇ ਕਿ ਜਜ਼ਬੇ ਦੀ ਕਮੀ ਸੀ ਉਹਨਾਂ ਦੇ ਵਿੱਚ ਜਿਹੜੀ ਕਮੀ ਸੀ, ਕਿਉਂ ਫਿਰ ਉਹ ਤੁਹਾਡੇ 'ਚ ਦਿਖ ਰਹੀ ਹੈ? ਕਿਉਂ ਨਹੀਂ ਤੁਸੀਂ ਬੇਅਦਬੀ ਦੇ ਐਡੇ ਸੀਰੀਅਸ ਮਾਮਲੇ ਦੇ ਉੱਤੇ ਕੋਈ ਐਕਸ਼ਨ ਲਿਆ? ਅਸੀਂ
ਇੱਕ ਜਾਣਕਾਰੀ ਤੁਹਾਡੇ ਰਾਹੀਂ ਸਾਂਝੀ ਕਰਨਾ ਚਾਹੁੰਦੇ ਹਾਂ। ਬੜਾ ਹੀ ਸੀਨੀਅਰ ਪੱਤਰਕਾਰ ਇਸ ਵੇਲੇ ਮੌਜੂਦ ਨੇ। ਅਸੀਂ ਪਿਛਲੇ 40 ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ। ਅਸੀਂ 4 MLA, 2 ਮੰਤਰੀ, ਇੱਕ OSD ਸਾਹਿਬ, ਇੱਕ ਉਹਨਾਂ ਦੇ ਪਰਸਨਲ PA, ਉਹਨਾਂ ਨੂੰ ਮਿਲ ਕੇ ਪਿਛਲੀ 22 ਤਰੀਕ ਔਨਵਰਡਸ ਅਸੀਂ ਲਗਾਤਾਰ ਕੋਸ਼ਿਸ਼ ਚਾਹ ਕਿ ਸਾਨੂੰ ਮਿਲਣ ਦਾ ਸਮਾਂ ਦਿਓ। ਕਿਉਂਕਿ ਅਸੀਂ ਇੱਕ ਮੈਮੋਰੈਂਡਮ ਦਿੱਤਾ ਸੀ ਅਰਵਿੰਦ ਕੇਜਰੀਵਾਲ ਜੀ ਨੂੰ 24 ਦਸੰਬਰ ਨੂੰ, ਜਦੋਂ ਕ੍ਰਿਸਮਸ ਦੇ ਮੌਕੇ ਦੇ ਉੱਤੇ ਧਾਰੀਵਾਲ ਇੱਕ ਬੜਾ ਵੱਡਾ ਇਕੱਠ ਸੀਗਾ। ਉਸ ਮੌਕੇ ਅਸੀਂ ਮੈਮੋਰੈਂਡਮ ਦਿੱਤਾ ਸੀ। ਅਸੀਂ ਪੁੱਛਣਾ ਚਾਹੁੰਦੇ ਕਿ ਕੀ ਕੀਤਾ ਜੇ, ਕਿ ਇਧਰੋਂ ਚੁੱਕ ਕੇ ਇੱਧਰ ਰੱਖ ਦਿੱਤਾ, ਕੀਤਾ ਕੀ? ਤੁਸੀਂ ਸਟੇਜਾਂ ਤੇ ਤਾਂ ਅਨਾਉਂਸ ਕੀਤਾ ਕਿ ਅਸੀਂ ਸਜ਼ਾਵਾਂ ਦੇਵਾਂਗੇ, ਅਸੀਂ ਕਲਪਰੇਟ ਫੜਾਂਗੇ, ਉਹਨਾਂ ਨੂੰ ਨਸ਼ਰ ਕਰਾਂਗੇ, ਤੇ ਹੁਣ ਇਹਨਾਂ ਨੂੰ ਰੋਕਣ ਵਾਸਤੇ ਕੀ ਕਰਦੇ ਪਏ ਹੋ? ਇੱਕ ਬੜੀ ਹੀ ਜ਼ਰੂਰੀ ਡਿਮਾਂਡ, ਇਹਦੇ ਵਿੱਚ 5 ਸਾਡੀਆਂ ਡਿਮਾਂਡਸ ਨੇ, ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਜਾਵਾਂ। ਜੇ ਤੁਸੀਂ ਆਗਿਆ ਦਿਓ ਤਾਂ 2 ਪੇਜ ਨੇ, ਮੈਂ ਪੜ੍ਹ ਹੀ ਦਿੰਦਾ ਜੀ। ਮੁੱਖ ਮੰਤਰੀ ਸਾਹਿਬ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਗਿਆ ਕਿ ਬੇਅਦਬੀ ਦੇ ਦੋਸ਼ੀਆਂ ਲਈ ਬੇਮਿਸਾਲ ਸਜ਼ਾ ਦਾ ਕਾਨੂੰਨ ਲਿਆਉਣ ਲਈ ਮੈਮੋਰੈਂਡਮ। ਗੁਰੂਆਂ ਦੇ ਨਾਂ ਤੇ ਜਿਉਂਦੇ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਹਰ ਪੰਜਾਬੀ ਦਾ ਹਿਰਦਾ ਅਸਹਿ ਪੀੜਾ ਝੱਲ ਰਿਹਾ ਹੈ ਅਤੇ ਇਸ ਮਹਾ ਅਪਰਾਧ ਦੀ ਬੇਮਿਸਾਲ ਸਜ਼ਾ ਦਾ ਕਾਨੂੰਨ ਲਿਆਉਣ ਲਈ ਉਹ ਪੰਜਾਬ ਦੇ, ਇੱਕ ਲਫ਼ਜ਼ ਮੈਂ ਵਰਤਿਆ ਇੱਥੇ, ਹਰਫਨ ਮੌਲਾ, ਜਿਹੜੇ ਬਹੁਤ ਸਾਰੇ ਸੈਕਟਰ 'ਚ ਅੱਛਾ ਕੰਮ ਕਰਦੇ ਪਏ ਨੇ, ਜਿਹੜਾ ਗੁਣ ਹੈ ਪੰਜਾਬ ਦੇ ਹਰਫਨ ਮੌਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ ਤੱਕ ਰਿਹਾ ਹੈ, ਜਿਸ ਦਾ ਵਾਅਦਾ ਚੋਣਾਂ ਦੌਰਾਨ ਆਪ ਜੀ ਨੇ 25 ਜਨਵਰੀ 2022 ਨੂੰ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ। ਅਸੀਂ ਉਹਦਾ ਐਡਰੈਸ ਵੀ, ਜਿਹੜਾ ਫੇਸਬੁੱਕ ਐਡਰੈਸ ਜਿਹੜਾ ਉਸ ਵੀਡੀਓ ਦਾ, ਉਹ ਕੋਟ ਕੀਤਾ ਇੱਥੇ। ਸਤਿਕਾਰ ਸਹਿਤ ਬੇਨਤੀ ਹੈ ਕਿ ਅਸੀਂ 1 ਸਤੰਬਰ 2021 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ 8 ਪਹਿਰ ਟਹਿਲ ਸੇਵਾ ਲਹਿਰ ਦੀ ਆਰੰਭਤਾ ਕੀਤੀ, ਜਿੱਥੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਅਰਦਾਸ ਕਰਕੇ ਇਸ ਲਹਿਰ ਨੂੰ ਰਵਾਨਾ ਕੀਤਾ ਸੀ, ਜਿਸ ਦੇ ਤਹਿਤ ਅਸੀਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟਹਿਲ ਸੇਵਾ ਵਿੱਚ 24 ਘੰਟੇ ਹਾਜ਼ਰੀ ਲਾਜ਼ਮੀ ਬਣਾਉਣ ਲਈ ਪ੍ਰੇਰਿਤ ਕਰਦੇ ਹਾਂ। ਤੇ ਇਸ ਲਹਿਰ ਦੇ ਤਹਿਤ 150 ਦੇ ਕਰੀਬ ਸਮਾਗਮ ਹੋ ਚੁੱਕੇ ਹਨ, ਜਿਸ ਵਿੱਚ ਹਜ਼ਾਰਾਂ ਸੰਗਤਾਂ ਜਿਹੜੀਆਂ ਸ਼ਮੂਲੀਅਤ ਕਰ ਚੁੱਕੀਆਂ ਹਨ। ਪਿਛਲੇ ਦਿਨੀ ਰਾਜਾਸਾਂਸੀ ਵਿਖੇ ਵਾਪਰੀ ਇੱਕ ਹਿਰਦੇ ਵੇਦ ਘਟਨਾ ਤੇ ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਮੁੱਖ ਰੱਖ ਕੇ 295 ਇਹ ਧਾਰਾ, ਜਿਹੜੀ ਧਾਰਾ ਇੰਨੀ ਕਮਜ਼ੋਰ ਹੈ, 295 ਧਾਰਾ ਜਿਹੜੀ ਕਮਜ਼ੋਰ ਧਾਰਾ ਹੈ, ਕਿਉਂਕਿ ਗੁਰੂ ਦੋਖੀ ਜਾਣਦੇ ਹਨ ਕਿ ਉਹਨਾਂ ਨੂੰ ਕੋਈ ਸਖਤ ਸਜ਼ਾ ਨਹੀਂ ਹੋਣੀ। ਇਹੀ ਕਾਰਨ ਹੈ ਕਿ ਪੰਜਾਬ ਦੇ ਅਮਨ ਕਾਨੂੰਨ ਦੇ ਇਹਨਾਂ ਦੋਸ਼ੀਆਂ ਨੂੰ ਨਾ ਤਾਂ ਪੁਲਿਸ ਦਾ ਕੋਈ ਖੌਫ ਹੈ ਤੇ ਨਾ ਕਾਨੂੰਨ ਦਾ। 13 ਸਤੰਬਰ 2021 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਤੇ 18 ਦਸੰਬਰ 2021 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੇ ਹਿਰਦੇ ਵੇਦ ਘਟਨਾਵਾਂ ਕਾਰਨ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਹਿਰਦੇ ਪਹਿਲਾਂ ਹੀ ਬਲੂੰਦਰੇ ਪਏ ਹਨ ਅਤੇ ਦੁਨੀਆ ਭਰ ਵਿੱਚ ਵਸਦੇ ਕਰੋੜਾਂ ਪੰਜਾਬੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਖੂਨ ਦੇ ਹੰਝੂ ਕੇਰਨ ਲਈ ਮਜਬੂਰ ਹਨ। ਅਸੀਂ ਕੁੱਲ ਜਗਤ ਦੀਆਂ ਨਾਨਕ ਨਾਮ ਲੈਵਾ ਸੰਗਤਾਂ ਦੀਆਂ ਭਾਵਨਾਵਾਂ ਆਪ ਜੀ ਦੇ ਸਨਮੁਖ ਰੱਖਦੇ ਹੋਏ ਮੰਗ ਕਰਦੇ ਹਾਂ ਕਿ ਜਿੱਥੇ ਆਪ ਜੀ ਨੇ ਪੰਜਾਬੀਆਂ ਦੇ ਭਲਾਈ ਲਈ ਰੋਜ਼ਾਨਾ ਹੀ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਹਨ, ਕਈ ਇਨਕਲਾਬੀ ਫੈਸਲੇ ਲਏ ਜਾ ਰਹੇ ਹਨ, ਉੱਥੇ ਹੀ ਪੰਜਾਬ ਦੇ ਸਭ ਤੋਂ ਸੰਵੇਦਨਸ਼ੀਲ ਮਸਲੇ, ਇਹਨਾਂ ਬੇਅਦਬੀਆਂ ਨੂੰ ਰੋਕਣ ਲਈ ਆਪਣੇ ਕੀਤੇ ਵਾਅਦੇ ਅਨੁਸਾਰ ਆਗਾਮੀ ਵਿਧਾਨ ਸਭਾ ਸੈਸ਼ਨ ਦੌਰਾਨ ਬੇਮਿਸਾਲ ਸਜ਼ਾ ਦਾ ਕਾਨੂੰਨ ਲੈ ਕੇ ਆਓ। ਇਹ ਅਸੀਂ ਸੈਸ਼ਨ ਤੋਂ ਪਹਿਲਾਂ ਲਿਖਿਆ ਸੀ, ਪਰ ਸੈਸ਼ਨ ਤੋਂ ਪਹਿਲਾਂ ਬੜੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਹੀ ਸਾਨੂੰ ਸਮਾਂ ਨਹੀਂ ਦਿੱਤਾ ਗਿਆ ਤਾਂ ਕਿ ਪੰਜਾਬ ਦੀ ਧਰਤੀ ਤੇ 400 ਤੋਂ ਵੱਧ ਵਾਰ ਹੋ ਚੁੱਕੇ ਅਜਿਹੇ ਬੱਜਰ ਪਾਪਾਂ ਨੂੰ ਠੱਲ ਪਾਈ ਜਾ ਸਕੇ। ਡੂੰਘੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਇਸ ਘਿਨੌਣੇ ਪਾਪ ਦੇ ਦੋਸ਼ੀਆਂ ਵੱਲੋਂ ਆਪਣੇ ਆਪ ਨੂੰ ਪਾਗਲ ਸਾਬਤ ਕਰਨ ਲਈ ਪਹਿਲਾਂ ਹੀ ਤਿਆਰ ਕੀਤੇ ਜਾਂਦੇ ਦਸਤਾਵੇਜ਼ਾਂ ਬਾਰੇ ਕੋਈ ਸਖਤ ਕਾਨੂੰਨ ਦੀ ਧਾਰਾ ਲਿਆਂਦੀ ਜਾਵੇ। ਇਹ ਸਭ ਤੋਂ ਵੱਡਾ ਮਜ਼ਾਕ ਹੋ ਰਿਹਾ। ਸਭ ਤੋਂ ਵੱਡਾ ਮਜ਼ਾਕ ਇਹ ਹੈ ਕਿ ਜਿਹੜਾ ਬੇਅਦਬੀ ਕਰਦਾ ਫੜਿਆ ਜਾਂਦਾ ਉਹ ਪਾਗਲ ਹੋ ਜਾਂਦਾ, ਉਹਨੂੰ ਪਾਗਲ ਸਿੱਧ ਕਰ ਦਿੰਦੇ ਨੇ। ਸਾਡੇ ਸਾਹਮਣੇ ਜਿਹੜੀ ਗੱਲ ਘਟਨਾ ਵਾਪਰੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਿਹੜਾ ਸ਼ਖਸ ਫੜਿਆ ਗਿਆ, ਲੁਧਿਆਣੇ ਤੋਂ ਆਪਣੀ ਗੱਡੀ, ਨਵੀਂ ਗੱਡੀ 25-30 ਲੱਖ ਦੀ ਲੈ ਕੇ ਆਇਆ, 1.5 ਲੱਖ ਉਹਦੀ ਜੇਬ 'ਚ ਮੋਬਾਈਲ, 1.5 ਘੰਟਾ ਉਹਨੇ ਵੇਟ ਕੀਤੀ, ਇੱਕ ਬਿਲਕੁਲ ਐਗਜ਼ੈਕਟ ਟਾਈਮ ਦੇ ਉੱਤੇ ਆ ਕੇ ਉਹਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਕੋਰਟ ਵਿੱਚ ਉਹਨੂੰ ਸਿੱਧ ਕੀਤਾ ਜਾ ਰਿਹਾ ਕਿ ਪਾਗਲ ਹੈ। ਹੁਣ ਪਾਗਲ ਕੌਣ ਹੈ? ਇਹ ਤਾਂ ਹੁਣ ਸਰਕਾਰਾਂ ਨੂੰ ਫੈਸਲਾ ਕਰਨਾ ਚਾਹੀਦਾ ਨਾ, ਵਿਧਾਨ ਸਭਾ ਨੂੰ ਫੈਸਲਾ ਕਰਨਾ ਚਾਹੀਦਾ ਕਿ ਇਹ ਜਿਹੜੇ ਪਾਗਲਾਂ ਦਾ ਟੈਗ
ਇਦਾਂ ਵੰਡਿਆ ਜਾਂਦਾ ਬਾਅਦ ਦੇ ਵਿੱਚ ਕੋਰਟਾਂ ਦੇ ਵਿੱਚ ਜਾ ਕੇ ਇਸ ਚੀਜ਼ ਦੇ ਉੱਤੇ ਕਿ ਪੰਜਾਬ ਦੀ ਏਕਤਾ ਤੇ ਅਖੰਡਤਾ ਦੇ ਦੁਸ਼ਮਣ ਕਾਨੂੰਨ ਦਾ ਮਜ਼ਾਕ ਨਾ ਉਡਾ ਸਕਣ। ਤੀਸਰਾ ਸਾਡਾ ਪੁਆਇੰਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਧਾਰਮਿਕ ਪੁਸਤਕ ਨਹੀਂ ਹਨ, ਬਲਕਿ ਇਹਨਾਂ ਨੂੰ ਗੁਰੂ ਪਦਵੀ ਪ੍ਰਾਪਤ ਹੈ ਜਿਸ ਨੂੰ ਸਾਰਾ ਸੰਸਾਰ ਮੰਨਦਾ ਹੈ ਅਤੇ ਭਾਰਤ ਦੀ ਸੁਪਰੀਮ ਕੋਰਟ ਵੀ ਇਸ ਗੱਲ ਨੂੰ ਤਸਦੀਕ ਕਰ ਚੁੱਕੀ ਹੈ। ਇਹਨਾਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਕਤਲ ਦੇ ਤੁਲ ਸਜ਼ਾ ਨਿਰਧਾਰਿਤ ਕੀਤੀ ਜਾਏ। ਐਗਜ਼ੈਂਪਲਰੀ ਪਨਿਸ਼ਮੈਂਟ ਦੀ ਗੱਲ ਕੇਜਰੀਵਾਲ ਸਾਹਿਬ ਨੇ ਕੀਤੀ ਸੀ, ਬੇਮਿਸਾਲ ਸਜ਼ਾ ਦੀ ਗੱਲ ਭਗਵੰਤ ਮਾਨ ਜੀ ਕਰ ਚੁੱਕੇ ਨੇ। ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਫਾਹੇ ਟੰਗਿਆ ਜਾਏ ਤਾਂ ਕਿ ਉਹ ਦੁਬਾਰਾ ਕੋਈ ਕਿਸੇ ਦੀ ਹਿੰਮਤ ਨਾ ਪਏ, ਜਿਹੜੀ ਗੱਲ ਖੁਦ ਭਗਵੰਤ ਮਾਨ ਸਾਹਿਬ ਨੇ ਉਸ ਵੀਡੀਓ 'ਚ ਕਹੀ ਸੀ। ਇਹ ਜਨ ਸਮੂਹ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਅਤ ਸੰਵੇਦਨਸ਼ੀਲ ਮਾਮਲਾ ਹੈ, ਜਿਸ ਕਾਰਨ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਅਤ ਗੰਭੀਰ ਸਮੱਸਿਆ ਪੈਦਾ ਹੁੰਦੀ ਰਹੀ ਹੈ। ਬੜੀਆਂ ਸਮੱਸਿਆਵਾਂ ਆਪਾਂ ਦੇਖੀਆਂ, ਜਿਸ ਦੀ ਭੇਟ ਕਈ ਕੀਮਤੀ ਜਾਨਾਂ ਵੀ ਚੜ ਚੁੱਕੀਆਂ ਹਨ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਦੀ ਸਜ਼ਾ ਦੀ ਧਾਰਾ ਨੂੰ ਮੁਕੰਮਲ ਤੌਰ ਤੇ ਗੈਰ ਜ਼ਮਾਨਤੀ ਬਣਾਇਆ ਜਾਏ। ਇਹਦੇ ਵਿੱਚ ਚੋਰ ਮੋਰੀਆਂ ਨੇ, ਚੋਰ ਮੋਰੀਆਂ ਕਾਰਨ ਉਹ ਬਚ ਜਾਂਦੇ ਨੇ, 3 ਮਹੀਨਿਆਂ ਬਾਅਦ ਜ਼ਮਾਨਤ ਤੇ ਬਾਹਰ ਆ ਕੇ ਟਿਚਰਾਂ ਕਰਦੇ ਨੇ, ਮਖੌਲ ਕਰਦੇ ਨੇ। ਸੜੇ ਦੇ ਉੱਤੇ ਜਲੇ ਦੇ ਉੱਤੇ ਨਮਕ ਛਿੜਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਕਿ ਤੁਸੀਂ ਸਾਡਾ ਕੀ ਕਰ ਲਿਆ ਜੀ। ਸੋ ਇਹਨੂੰ ਮੁਕੰਮਲ ਤੌਰ ਤੇ ਗੈਰ ਜ਼ਮਾਨਤੀ ਬਣਾਇਆ ਜਾਏ। ਤੇ ਅਜਿਹੇ ਮਸਲਿਆਂ ਦੇ ਵਿੱਚ ਪੁਲਿਸ ਦਾ ਰਵੱਈਆ ਵੀ ਕੇਸ ਦਬਾਉਣ ਵਾਲਾ ਹੁੰਦਾ ਹੈ। ਇੱਕ ਬੜੀ ਹੀ ਜ਼ਿੰਮੇਵਾਰੀ ਨਾਲੇ ਮੈਂ ਗੱਲ ਕਹਿ ਰਿਹਾ, 2-3 ਕੇਸਾਂ 'ਚ ਇਦਾਂ ਹੋ ਚੁੱਕਾ, ਸਾਡੇ ਸਾਹਮਣੇ ਹੋਇਆ। ਪੁਲਿਸ ਨਹੀਂ ਚਾਹੁੰਦੀ ਕਿ ਬੇਅਦਬੀ ਦੇ ਮਾਮਲਿਆਂ ਦੀ ਬਰੀਕੀ ਨਾਲ ਕੋਈ ਜਾਂਚ ਹੋਏ। ਜ਼ਿਆਦਾਤਰ ਮੌਕੇ ਤੇ ਪਹੁੰਚੇ ਮੁਲਾਜ਼ਮ ਦੋਖੀ ਨੂੰ ਪਹਿਲਾਂ ਹੀ ਪਾਗਲ ਦੱਸਣ ਲੱਗ ਪੈਂਦੇ, ਪਹਿਲਾਂ ਹੀ ਸ਼ੁਰੂ ਹੋ ਜਾਂਦਾ ਜੀ, ਇਹਨੂੰ ਤਾਂ ਦੌਰਾ ਪੈਂਦਾ ਜੀ, ਇਹਨੂੰ ਤਾਂ ਭੂਤ ਦੇਖਦੇ ਸੀਗੇ ਜੀ, ਇਹਨੂੰ ਆਹ ਹੋ ਗਿਆ, ਤਾਂ ਪਾਗਲ ਹੈ, ਤਾਂ ਦਵਾਈਆਂ ਲੈਂਦਾ, ਜਿਸ ਦੇ ਨਾਲ ਉਹ ਹੁਣ ਪੁਲਿਸ ਵਾਲੇ ਪਹਿਲਾਂ ਹੀ ਉਸ ਚੀਜ਼ ਨੂੰ ਵਿੱਚ ਘਸੋੜ ਦਿੰਦੇ ਨੇ ਤੇ ਕੇਸ ਉੱਥੇ ਹੀ ਕਮਜ਼ੋਰ ਹੋ ਜਾਂਦਾ। ਇਹਨਾਂ ਦੋਸ਼ੀਆਂ ਨੂੰ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਣ ਲਈ ਜਿਵੇਂ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ, ਉਹ ਕਾਫੀ ਉਹਨਾਂ ਅੱਛਾ ਕੰਮ ਕੀਤਾ ਹੈ। ਗੈਂਗਸਟਰ ਦੇ ਮਾਮਲੇ 'ਚ ਅਸੀਂ ਮੰਗ ਕਰਦੇ ਹਾਂ ਅੱਠੇ ਪੈਰ ਟਹਿਲ ਸੇਵਾ ਲਹਿਰ ਵੱਲੋਂ ਕਿ ਐਂਟੀ ਬੇਅਦਬੀ ਟਾਸਕ ਫੋਰਸ ਦਾ ਗਠਨ ਕੀਤਾ ਜਾਏ ਤਾਂ ਕਿ ਪੰਜਾਬ ਦੀ ਅਮਨ ਸ਼ਾਂਤੀ ਤੇ ਖੁਸ਼ਹਾਲੀ ਹੋਰ ਵਧੇ ਤੇ ਪੰਜਾਬ ਤਰੱਕੀ ਦੇ ਰਾਹ ਤੇ ਅੱਗੇ ਵਧੇ। ਇਹ ਸਾਡੀ ਮੰਗ ਸੀ, ਜਿਹੜੀ ਅਸੀਂ ਨਿੱਜੀ ਤੌਰ ਤੇ ਉਹਨਾਂ ਨੂੰ ਮਿਲ ਕੇ ਦੱਸਣਾ ਚਾਹੁੰਦੇ ਸੀ। ਖੈਰ ਮੈਨੂੰ ਲੱਗਦਾ ਕਿ ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਸਮਾਂ ਨਹੀਂ, ਬਾਕੀ ਤਾਂ ਸਾਰੀਆਂ ਗੱਲਾਂ ਲਈ ਸਮਾਂ ਸੀਗਾ, ਪਰ ਹੁਣ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ। ਜੀ ਸਰ। ਹਾਂਜੀ ਹਾਂ ਜੀ। ਜਿਹੜੇ ਬੰਦੇ ਜਿਹੜੀ ਵਿਧਾਨ ਸਭਾ 10 ਮਿੰਟ ਦਾ ਸਮਾਂ ਨਹੀਂ ਮਿਲਦਾ, ਕੀ ਉਹ ਆਉਣਗੇ? ਅਸੀਂ ਸੱਦਾ ਦੇਵਾਂਗੇ ਜੀ, ਉਹਨਾਂ ਦੇ ਟੈਗ ਲੱਗੇ ਹੋਣਗੇ, ਤੁਸੀਂ ਦੇਖੋਗੇ। ਜਿਹੜਾ ਨਾ ਆਏਗਾ ਆਪਣੇ ਹਲਕੇ 'ਚ ਜਾ ਕੇ ਜਵਾਬ ਦੇਏਗਾ, ਜਿਹੜਾ ਨਹੀਂ ਆਏਗਾ ਦੱਸੇਗਾ ਜਾ ਕੇ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਵੀ ਅਹਿਮੀਅਤ ਨਹੀਂ। 117 MLA ਪੰਜਾਬ ਦੀ ਧਰਤੀ ਨੇ ਚੁਣ ਕੇ ਦਿੱਤੇ ਨੇ, ਕਿਤੇ ਸਮਾਨੋਂ ਤਾਂ ਨਹੀਂ ਡਿੱਗੇ। ਉਦੋਂ ਤਾਂ ਜਗ੍ਹਾ ਜਗ੍ਹਾ ਗਲੀ ਗਲੀਏ ਗੱਲਾਂ ਹੁੰਦੀਆਂ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ। ਅੱਜ ਮਜ਼ਾਕ ਨਹੀਂ ਬਣਿਆ? ਕੀ ਇਹ ਮਜ਼ਾਕ ਨਹੀਂ ਕਿ ਪੰਜਾਬ ਦੀ ਵਿਧਾਨ ਸਭਾ 10 ਮਿੰਟ ਨਹੀਂ ਦੇ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਬੋਲਣ ਵਾਸਤੇ? ਉਹ ਵੀ ਦੁਖਾਂਤ। ਉੱਥੇ ਕੋਈ ਪ੍ਰਚਾਰ ਨਹੀਂ ਸੀ ਹੋਣਾ, ਉੱਥੇ ਕੋਈ ਗਿਆਨੀ ਜੀ ਨੇ ਉੱਥੇ ਪ੍ਰਵਚਨ ਨਹੀਂ ਸੀ ਕਰਨੇ 10 ਮਿੰਟ, ਬੇਅਦਬੀ ਦੇ ਵਿਸ਼ੇ ਤੇ ਬੋਲਣਾ ਸੀ। ਉਹਦੇ ਵਾਸਤੇ ਜੇ ਸਮਾਂ ਨਹੀਂ ਦੇ ਸਕਦੇ ਤੇ ਅਸੀਂ ਸੱਦਾਂਗੇ, ਤੇ ਜੇ ਨਹੀਂ ਆਉਣਗੇ ਤੇ ਫਿਰ ਅਗਲਾ ਸਟੈਪ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਇਦਾਂ ਨਾ ਅਸੀਂ ਚੈਨ ਨਾਲ ਬੈਠਾਂਗੇ, ਨਾ ਇਹਨਾਂ ਨੂੰ ਬਹਿਣ ਦੇਵਾਂਗੇ। ਜੇ ਇਹ ਸਾਡੇ ਜ਼ਖਮਾਂ ਤੇ ਲੂਣ ਛਿੜਕਦੇ ਆ ਨਾ, ਸਾਡੇ ਜ਼ਖਮ ਕੁਰੇਦਦੇ ਨੇ। ਇਹ ਕੁਰੇਦਣਾ ਤੇ ਹੋਰ ਕੀ ਹੈ? ਇਹ ਜ਼ਖਮ ਕੁਰੇਦਣਾ ਹੈ ਨਾ। ਬਾਈਬਲ ਕਾਂਡ ਜਾਂ ਬੜਗਾੜੀ ਕਾਂਡ, ਉਹਨਾਂ ਦੀ ਅੱਜ ਰਿਪੋਰਟ ਸੌਂਪ ਦਿੱਤੀ, ਪਰ ਇਹ ਬਾਕੀ ਜਿਹੜਾ ਇੰਨਾ ਸਾਰਾ ਜੋ ਕੁਝ ਹੋਇਆ, ਜੋ ਕੁਝ ਹੋ ਰਿਹਾ, ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਆਣ ਕੇ ਦੱਸੋ, ਤੁਹਾਡੀ ਕੀ ਪਲੈਨਿੰਗ ਹੈ? ਬਾਕੀ ਤੁਸੀਂ ਪਲੈਨਿੰਗਾਂ ਦੱਸ ਦਿਓ, ਸਾਡਾ ਆਹ ਮਾਸਟਰ ਪਲਾਨ, ਆਹ ਮਾਸਟਰ ਪਲਾਨ। ਬੇਅਦਬੀ ਰੋਕਣ ਵਾਸਤੇ ਕਿਹੜਾ ਮਾਸਟਰ ਪਲਾਨ ਹੈ ਤੁਹਾਡੇ ਕੋਲ? ਉਹ ਦੱਸੋ ਆ ਕੇ ਪੰਜਾਬ ਦੇ ਲੋਕਾਂ ਨੂੰ। ਉੱਥੇ ਪੰਜਾਬ ਦੀ ਜਨਤਾ ਇਕੱਠੀ ਹੋਏਗੀ, ਬਾਬਾ ਫਤਿਹ ਸਿੰਘ ਜੀ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਸੰਗਤ ਇਕੱਠੀ ਹੋਏਗੀ ਵੱਡੀ ਤਾਦਾਦ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਜਿਨ੍ਹਾਂ ਨੇ ਕਿ ਇਹ ਮੰਗ ਉਠਾਈ ਸੀ ਹਾਊਸ ਦੇ ਵਿੱਚ,
ਤੇ ਕਿ ਇਦਾਂ ਹੀ ਹਾਊਸ ਦੇ ਵਿੱਚ ਉਹ ਇੱਕ ਪਾਪ ਦੀ ਕਚਹਿਰੀ ਦੇ ਵਿੱਚ ਸ਼ੇਰ ਮੁਹੰਮਦ ਖਾਨ ਨੇ ਆਵਾਜ਼ ਉਠਾਈ ਸੀ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਸੀ ਕਿ ਕੁਰਾਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ। ਉਸ ਗੱਲ ਨੂੰ ਇਤਿਹਾਸ ਦੇ ਵਿੱਚ ਅੱਜ ਵੀ ਸਿੱਖ ਹਾ ਦਾ ਨਾਰਾ ਕਰਕੇ ਯਾਦ ਕਰਦੇ ਨੇ। ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਪਰਥਾਏ ਜਿੱਥੇ ਹਾਊਸ ਮੁਕੰਮਲ ਤੌਰ ਤੇ ਮੌਨ ਰਿਹਾ, ਸਵਾਈ ਬਾਜਵਾ ਸਾਹਿਬ ਤੋਂ ਕਿਸੇ ਨੇ ਐਂਡੋਰਸ ਵੀ ਨਹੀਂ ਕੀਤਾ, ਕਿਸੇ ਨੇ ਇੱਕ ਲਫ਼ਜ਼ ਨਹੀਂ ਮੂੰਹ ਕੱਢਿਆ। ਸੋ ਅਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਉੱਥੇ ਵੱਡੇ ਪੱਧਰ ਦੇ ਉੱਤੇ ਉਸ ਹੋ ਰਹੇ ਸਮਾਗਮ ਦੇ ਵਿੱਚ ਸਨਮਾਨਿਤ ਕਰਾਂਗੇ ਤੇ ਬਾਜਵਾ ਸਾਹਿਬ ਨੂੰ ਵੀ, ਕਿਉਂਕਿ ਉਹਨਾਂ ਨੇ ਐਂਡੋਰਸ ਤਾਂ ਕੀਤਾ। ਜਿਵੇਂ ਗੁਰਬਾਣੀ ਦੀ ਇੱਕ ਪੰਕਤੀ ਆ ਨਾ, ਕੋਈ ਹਰਿਓ ਬੂਟ ਰਹੇ ਹੋਰੀ, ਵੀ ਕੋਈ ਤਾਂ ਬੋਲਿਆ। ਬਾਜਵਾ ਸਾਹਿਬ ਦਾ ਵੀ ਉਸ ਸਮਾਗਮ ਦੇ ਵਿੱਚ ਸਨਮਾਨ ਕੀਤਾ ਜਾਏਗਾ ਤੇ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਸਾਹਿਬ ਹੁਣ ਸਹੀ ਡਾਇਰੈਕਸ਼ਨ ਦੇ ਵਿੱਚ ਅੱਗੇ ਵਧਣ ਤੇ ਉੱਥੇ ਸੰਗਤਾਂ ਦੇ ਵਿੱਚ ਆ ਕੇ ਦੱਸਣ, ਉੱਥੇ ਸੰਗਤਾਂ ਦੇ ਵਿੱਚ ਉਸੇ ਥੜੇ ਦੇ ਉੱਤੇ, ਉਸੇ ਜਗ੍ਹਾ ਦੇ ਉੱਤੇ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਥੇ ਕਰ ਦਿੱਤਾ, ਅੱਜ ਵੀ ਉਹ ਜਗ੍ਹਾ ਮੌਜੂਦ ਹੈ। ਉੱਥੇ ਇਹ ਬੇਅਦਬੀ ਇਜਲਾਸ ਜੋ ਹੈ 10 ਜੁਲਾਈ ਨੂੰ ਕੀਤਾ ਜਾਏਗਾ। ਮੀਆਂ ਮੁਰਾਦ ਅਲੀ ਜੀ ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ, ਹਰ ਸਮੱਸਿਆ ਦਾ ਸਮਾਧਾਨ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਿਰਾਇਆ, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।